ਵਾਹਿਗੁਰੂ। ਸਤਿਗੁਰ ਨਾਨਕਾ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰ ਤਰੋਆ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣਾ ਥਾਪਣ ਸੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਮੈਂ ਤਾਣ ਦੀ ਬਾਣ ਤੂੰ ਹੀ ਮੇਰਾ ਸੁਆਮੀ ਮੈਂ ਤੁਧ ਆਗੇ ਅਰਦਾਸ मैं होर थो नाही जिस पे करूं बेनती मेरा दुख सुख तुझ ही पास जीड़ा यगना बराबर तपै भीतर वगे काती प्रणवत नानक हुक्म पछाणै सुख होवै दिन राती सुख होवै दिन राती ਉਦੋਂ ਸੰਮਤ 1733 ਸਾਲ ਸੀ ਸਨ 1666 ਈਸਵੀ ਕਮਾਲ ਸੀ ਸਨ 1666 ਈਸਵੀ ਕਮਾਲ ਸੀ ਵਿੱਚ ਪਟਨੇ ਸ਼ਹਿਰ ਅਵਤਾਰ ਤਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਉਦੋਂ ਸੰਮਤ 1733 ਸਾਲ ਸੀ ਸਨ 1666 ਈਸਵੀ ਕਮਾਲ ਸੀ ਸਨ 1666 ਈਸਵੀ ਕਮਾਲ ਸੀ ਵਿੱਚ ਪਟਨੇ ਸ਼ਹਿਰ ਅਵਤਾਰ ਤਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਤੋਜ ਕਰਦੇ ਦਾਤਾਰ ਨਿਤ ਨਾਲ ਬਾਲਾਂ ਦੇ ਖੇਡਾਂ ਖੇਡਦੇ ਗੁਰੂ ਜੀ ਹੋ ਗਏ 5 ਸਾਲਾਂ ਦੇ ਖੇਡਾਂ ਖੇਡਦੇ ਗੁਰੂ ਜੀ ਹੋ ਗਏ 5 ਸਾਲਾਂ ਦੇ ਦੇ ਕੌਤਕ ਗੋਰਾ ਨੇ ਉੱਥੇ ਬੇਸ਼ੁਮਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਫੇਰ ਤੱਕਿਆ ਗੋਰਾ ਨੇ ਆ ਕੇ ਫਰਜ਼ੰਦ ਨੂੰ ਭਾਗ ਲਾਤੇ ਸੀ ਗੁਰਾਂ ਨੇ ਪੂਰੀ ਆਨੰਦ ਨੂੰ ਭਾਗ ਲਾਤੇ ਸੀ ਗੁਰਾਂ ਨੇ ਪੂਰੀ ਆਨੰਦ ਨੂੰ ਕੀਤਾ ਰਸਤੇ ਦੇ ਵਿੱਚ ਜੀਵਾਂ ਦਾ ਉਦਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ
ਜ਼ੁਲਮ ਤੇ ਜਬਰ ਪਾਪ ਨੂੰ ਫੇਰ ਤੱਕਿਆ ਜ਼ੁਲਮ ਤੇ ਜਬਰ ਪਾਪ ਨੂੰ ਦਿੱਲੀ ਵਿੱਚ ਅਸੀਂ ਸ਼ਹੀਦ ਕਰਵਾ ਲਿਆ ਬਾਪ ਨੂੰ ਦਿੱਲੀ ਵਿੱਚ ਅਸੀਂ ਸ਼ਹੀਦ ਕਰਵਾ ਲਿਆ ਬਾਪ ਨੂੰ ਹੋ ਮਤੀ ਦਾਸ ਤੇ ਦਿਆਲੇ ਕਸਟ ਸਹਾਰਿਆ ਮਤੀ ਦਾਸ ਤੇ ਦਿਆਲੇ ਕਸਟ ਸਹਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਓ ਪੌਂਟਾ ਨਗਰ ਵਸਾਇਆ ਕੀਤਾ ਜਾਪ ਬਾਣੀ ਦਾ ਪੌਂਟਾ ਨਗਰ ਵਸਾਇਆ ਕੀਤਾ ਜਾਪ ਬਾਣੀ ਦਾ ਨਾਲੇ ਜਿੱਤਿਆ ਸੀ ਜੰਗ ਗੁਰਾਂ ਨੇ ਪੰਗਾਣੀ ਦਾ ਨਾਲੇ ਜਿੱਤਿਆ ਸੀ ਜੰਗ ਗੁਰਾਂ ਨੇ ਪੰਗਾਣੀ ਦਾ ਜਿੱਤ ਹੋਈ ਸੀ ਗੋਰਾਂ ਦੇ ਹਾਰੇ ਭਾਈ ਤਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਉਹ ਕਹਿਣਾ ਮੰਨ ਕੇ ਕਹਿਣਾ ਮੰਨ ਕਹਿਣਾ ਮੰਨ ਕੇ ਕਹਿਣਾ ਮੰਨ ਕਹਿਣਾ ਮੰਨ ਕੇ ਸਿੰਘਾਂ ਦਾ ਗੁਰੂ ਬਾਜਾਂ ਵਾਲੇ ਨੇ ਅੱਧੀ ਰਾਤ ਨੂੰ ਆਨੰਦਪੁਰੋਂ ਪਾਤੇ ਚਾਲੇ ਨੇ ਅੱਧੀ ਰਾਤ ਨੂੰ ਆਨੰਦਪੁਰੋਂ ਪਾਤੇ ਚਾਲੇ ਨੇ ਉਹ ਜਿਹੜਾ ਕੀਮਤੀ ਸਮਾਨ ਸੀ ਨਦੀ ਚ ਡਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਫੇਰ ਹੋਈ ਸੀ ਲੜਾਈ ਸਰਸਾ ਤੇ ਆਣ ਕੇ ਸਿੰਘ ਡਟ ਕੇ ਖਾ ਲੋਗੇ ਛਾਤੀਆਂ ਨੂੰ ਤਾਣ ਕੇ ਸਿੰਘ ਡਟ ਕੇ ਖਾ ਲੋਗੇ ਛਾਤੀਆਂ ਨੂੰ ਤਾਣ ਕੇ ਉਹ ਖੇਰੂ ਖੇਰੂ ਸੀ ਗੋਰਾਂ ਦਾ ਹੋਇਆ ਪਰਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਬੁਰਾ ਖੋਜ ਹੈ ਮਟਾਉਣਾ ਜੱਗ ਚੋਂ ਚੰਡਾਲਾਂ ਦਾ ਨਾਲੇ ਬਦਲਾ ਵੀ ਲੈਣਾ ਹੈ ਮਾਸੂਮ ਬਾਲਾਂ ਦਾ ਨਾਲੇ ਬਦਲਾ ਵੀ ਲੈਣਾ ਹੈ ਮਾਸੂਮ ਬਾਲਾਂ ਦਾ ਬੰਦਾ ਸਿੰਘ ਨੂੰ ਗੋਰਾ ਨੇ ਕੀਤਾ ਯਾਦ ਤਿਆਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਧੰਨ ਧੰਨ ਹੈ ਪਿਤਾ ਜੀ ਕਹਿ ਦਿਓ ਦਸ਼ਮੇਸ਼ ਨੂੰ ਲੱਖਾਂ ਚੱਲ ਕੇ ਕਸ਼ਟ ਹੈ ਬਚਾ ਲਿਆ ਦੇਸ਼ ਨੂੰ ਲੱਖਾਂ ਚੱਲ ਕੇ ਕਸ਼ਟ ਹੈ ਬਚਾ ਲਿਆ ਦੇਸ਼ ਨੂੰ ਉਹ ਹਿੰਦ ਡੁੱਬਦੀ ਦਾ ਬੇੜਾ ਸੀ ਗੋਰਾ ਨੇ ਤਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਉਹ ਗੱਦੀ ਸੌਂਪ ਕੇ ਤੇ ਮੁਖੋਂ ਆਖਿਆ ਸੀ ਪੰਥ ਨੂੰ ਸਿੰਘੋ ਅੱਜ ਤੋਂ ਹੈ ਮੰਨਣਾ ਗੁਰੂ ਗ੍ਰੰਥ ਨੂੰ ਸਿੰਘੋ ਅੱਜ ਤੋਂ ਹੈ ਮੰਨਣਾ ਗੁਰੂ ਗ੍ਰੰਥ ਨੂੰ ਉਹ ਸ਼ਹਿਰੀ ਜਾਮਦੇ ਗੋਰਾ ਤੋਂ ਸਦਾ ਬਲ ਹਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ ਨਾਹੇ ਦਦਸਾਰ ਪਿਤਾ ਪਤਾਮਾ ਸੱਜਣ ਕੁਟੰਬ ਸੁਤ ਬੰਧ ਬਿਨਾ ਭਰਾਤਾ ਹੈ ਨਾਹੇ ਦਦਸਾਰ ਪਿਤਾ ਪਤਾਮਾ ਸੱਜਣ ਕੁਟੰਬ ਸੁਤ ਬੰਧ ਬਿਨਾ ਭਰਾਤਾ ਹੈ
ਨਾਹੇ ਨਨਸਾਰ ਮਾਮਾ ਮਾਮੀ ਮਾਸੀ ਮੌਸਿਓ ਬਿਬਦ ਬਖਿਆਤਾ ਹੈ। ਨਾਹੇ ਸਸੁਰਾਰ ਸਾਰ ਸਸਰੋ ਨਾ ਸਾਰੋ ਸਾਰੀ। ਨਾਹੇ ਵਰ ਤੀਸਰ ਨਾ ਜਾਚਕ ਨਾ ਦਾਤਾ ਹੈ। ਅਸਲ ਬਸਲ ਧਨ ਧਾਮ ਕਾਹੂ में ना देखियो। जैसे गुर सिख साध संगत को नाता है। भाई गुरदास साहब जी ने जिथे दादकिਆਂ ਦੇ ਸਾਕ ਦੀ ਬੜੀ ਵੱਡੀ ਉਪਮਾ ਕੀਤੀ ਹੈ, ਉਹਨਾਂ ਨੇ ਨਾਨਕਿਆਂ ਦੇ ਸਾਕ ਨੂੰ ਬੜਾ ਸਲਾਹਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਮਾਸੀਆਂ ਦਾ ਸਾਕ, ਭੂਆ ਦਾ ਸਾਕ, ਇਹਨਾਂ ਨੂੰ ਬਹੁਤ ਵੱਡੀ ਸਰਵੋਤਮਤਾ ਦਿੱਤੀ ਹੈ। ਪਰ ਇੰਨੀ ਗੱਲ ਕਹਿੰਦਿਆਂ ਭਾਈ ਗੁਰਦਾਸ ਜੀ ਨੇ ਅਖੀਰਲੀਆਂ ਪੰਕਤੀਆਂ ਵਿੱਚ ਤਾਂ ਕਮਾਲ ਕਰ ਦਿੱਤੀ। ਉਹ ਕਹਿੰਦੇ ਇਹ ਸਾਰੀਆਂ ਰਿਸ਼ਤੇਦਾਰੀਆਂ ਬੜੀਆਂ ਚੰਗੀਆਂ ਨੇ, ਬਹੁਤ ਸ਼ਲਾਘਾਯੋਗ ਨੇ, ਬੜੀਆਂ ਉੱਤਮ ਨੇ। ਜਦੋਂ ਕੋਈ ਕਾਰੋਬਾਰ ਕਰਦੇ ਆ ਫਿਰ ਰਿਸ਼ਤੇਦਾਰੀਆਂ ਦਾ ਪਤਾ ਲੱਗਦਾ ਹੈ। ਰਿਸ਼ਤੇਦਾਰ ਇਕੱਠੇ ਹੋ ਕੇ ਬਹੁਤ ਵੱਡਾ ਜਸ਼ਨ ਮਨਾਉਂਦੇ ਆ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੱਥੇ ਸਾਰੀਆਂ ਰਿਸ਼ਤੇਦਾਰੀਆਂ ਬੜੀਆਂ ਕੋਮਲ ਨੇ, ਇੱਕ ਗੁਲਦਸਤੇ ਦੀ ਤਰ੍ਹਾਂ ਨੇ, ਉੱਥੇ ਸਭ ਤੋਂ ਵੱਧ ਉਹਨਾਂ ਨੇ ਗੁਰੂ ਕੀ ਸੰਗਤ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਇਸ ਕਰਕੇ ਆਪ ਬਹੁਤ ਕਰਮਾਂ ਵਾਲੇ ਹੋ, ਆਪ ਬਹੁਤ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਪਵਿੱਤਰ ਅਸਥਾਨਾਂ ਉੱਤੇ ਆ ਕਰਕੇ ਮਹਾਂਪੁਰਸ਼ਾਂ ਦੇ ਪਵਿੱਤਰ ਬਾਰਗਾਹ ਵਿੱਚ ਹਾਜ਼ਰੀ ਭਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਭਾਏਮਾਨ ਹੈ। ਲਿਖਿਆ ਗਿਰगिर में मानक नहीं, गज गज मोती ना है, चंदन तारवर बन नहीं, संतना परपुर है। वो विरले नगर ने, वो विरले शहर ने, वो विरले ग्रां ने, वो विरले पिंड ने, वो विरला इलाका है जिन्हां नगरां दे विच ਇਹੋ ਜਿਹੀਆਂ ਮਹਾਨ ਹਸਤੀਆਂ, ਮਹਾਨ ਸੰਤ ਪੈਦਾ ਹੁੰਦੇ ਨੇ। ਮੇਰੇ ਅਤੀ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਜੀ ਭਗਤਾਂ ਡੇਰਾ ਤਰਸਿੱਕੇ ਵਾਲੇ, ਉਹਨਾਂ ਨੇ ਬਹੁਤ ਲੰਮਾ ਸਮਾਂ ਭਗਤੀ ਕਰਕੇ, ਬੰਦਗੀ ਕਰਕੇ, ਉਹਨਾਂ ਤੋਂ ਅਥਵਾ ਮੇਰੇ ਅਤੀ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ ਦਾ ਜਦੋਂ ਮੈਂ ਨਾਂ ਲਿਆ ਤੇ ਮੈਨੂੰ ਯਾਦ ਆ ਗਿਆ ਬਾਬਾ ਪ੍ਰੀਤਮ ਸਿੰਘ ਜੀ ਨੇ ਬੜੇ ਪਿਆਰ ਦੇ ਹੁਕਮ ਭੇਜ ਕੇ ਸਾਨੂੰ ਦਾਸ ਜੋ ਗਿਆਨੀ ਜੋਗਿੰਦਰ ਸਿੰਘ ਜੀ ਗਗੜੇਵਾਲ 골ਡ ਮੈਡਲਿਸਟ ਪੰਜਾਬ, ਉਹਨਾਂ ਦੇ ਨਾਲ 10 ਸਾਲ ਮੈਨੂੰ ਅੱਗੇ ਬੋਲਣ ਦਾ ਮੌਕਾ ਮਿਲਿਆ। ਬਾਬਾ ਪ੍ਰੀਤਮ ਸਿੰਘ ਜੀ ਵੱਲੋਂ ਐਡਾ ਪਿਆਰ, ਐਡਾ ਸਤਿਕਾਰ ਮਿਲਦਾ ਹੁੰਦਾ ਸੀਗਾ। ਮੇਰੇ ਉਹ ਸਾਹਮਣੇ ਤਸਵੀਰ ਸਾਹਮਣੇ ਨਜ਼ਰ ਆਉਂਦੀ ਹੈ। ਮਹਾਂਪੁਰਸ਼ ਬੜੇ ਦਿਆਲੂ ਤੇ ਕਿਰਪਾਲੂ ਸਨ। ਸਾਹਿਬ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਸਵੈ ਜੀਵਨੀ ਨੂੰ ਆਪਣੇ ਹਿਰਦੇ ਵਿੱਚ ਉਤਾਰਦੇ ਹੋਏ, ਉਹਨਾਂ ਦੀ ਤੁਲਨਾ ਨੂੰ ਕਰਦੇ ਹੋਏ, ਇੱਕ ਪਾਸੇ ਧਰਮ ਦੇ ਤਲਾਜੂ ਵਿੱਚ ਦੁਨੀਆ ਦੇ ਉੱਤੇ ਬੜੇ ਪੀਰ ਆਏ, ਪੈਗੰਬਰ ਆਏ, ਕੁਤਬ ਆਏ, ਗੌਸ ਆਏ, ਵਲੀ ਆਏ, ਪਰ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣ ਦੀ ਆਸ ਹੈ। ਉਹਨਾਂ ਸਤਿਗੁਰਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਸਵੈ ਜੀਵਨੀ ਨੂੰ ਯਾਦ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਉਸ ਬਾਣੀ ਦੇ ਬੋਹਿਤ ਦੇ ਕੋਲ ਬੈਠੇ ਹੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋ। 2 ਵਾਰੀ ਵਾਹਿਗੁਰੂ ਸ਼ਬਦ ਦੇ ਨਾਲ ਜੁੜਦੇ ਹੋਏ ਸਾਡੇ ਮੋਢਿਆਂ ਉੱਤੇ 5 ਡਾਕੂ ਇੱਕ ਇੱਕ ਸਕਿੰਟ ਦਾ ਹਿਸਾਬ ਕਰ ਰਹੇ ਨੇ। ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਿਮਰਨ ਦੇ ਨਾਲ, ਫਤਿਹ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿੱਥੇ ਪਹਿਲੇ ਵੀ ਤੁਸੀਂ ਹਾਜ਼ਰੀਆਂ ਲਵਾਈਆਂ, ਸਾਡੇ ਜਥੇ ਦੀ ਵੀ ਹਾਜ਼ਰੀ ਲੱਗ ਜੇ, ਨਿਮਾਣੇ ਦੇ ਜਥੇ ਦੀ ਹਾਜ਼ਰੀ ਲੱਗ ਜੇ। ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਆਓ ਜੀ, ਫਤਿਹ ਦੇ ਆਵਾਜ਼ੇ ਨਾਲ ਜੁੜਦੇ ਹੋਏ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਅਤੀ ਸਤਿਕਾਰਯੋਗ ਮਾਨਯੋਗ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ, ਉਹ ਵੀ ਸਟੇਜ ਦੇ ਉੱਤੇ ਸ਼ੋਭਾਇਮਾਨ ਨੇ। ਬੜੀ ਸਤਿਗੁਰ ਦੀ ਕਿਰਪਾ ਹੈ, ਮਿਹਰ ਹੈ ਉਹਨਾਂ ਦੇ ਉੱਤੇ। ਬਹੁਤ ਚੰਗੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਕੇ ਗੁਰੂ ਕੀ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਨਾਮ ਦੇ ਨਾਲ ਜੋੜਦੇ ਨੇ। ਮੇਰੇ ਅਤੀ ਸਤਿਕਾਰਯੋਗ ਇੱਕ ਭੈਣ ਜੀ ਮਾਇਆ ਭੇਜ ਕੇ ਨੇ, ਸਤਿਗੁਰੂ ਕਿਰਪਾ ਕਰੇ, ਅਰਦਾਸ ਕਰਦੇ ਨੇ ਕਿ ਬੱਚੇ ਬਾਹਰ ਦੇ ਮੁਲਕਾਂ ਵਿੱਚ ਸੈਟਲ ਹੋ ਜਾਣ, ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਇੱਕ ਭੈਣ ਜੀ ਅਰਦਾਸ ਕਰਾਉਂਦੇ ਨੇ, 100 ਦਮੜਾ ਗੁਰਭੇਜ ਸਿੰਘ ਦੇ ਘਰ ਪੁੱਤਰ ਦੀ ਕਾਮਨਾ ਕਰਦੇ ਨੇ। ਮਹਾਂਪੁਰਸ਼ਾਂ ਦੇ ਪਵਿੱਤਰ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਹਾਜ਼ੂਰੀ ਦੇ ਵਿੱਚ ਪੁੱਤਰ ਦੀ ਦਾਤ ਮੰਗਦੇ ਆ। ਉਹ ਭੈਣ ਦੀ ਅਰਦਾਸ ਸਤਿਗੁਰੂ ਪ੍ਰਵਾਨ ਕਰਨ। ਇੱਕ ਸਤਿਕਾਰਯੋਗ ਮਹਾਨ ਤਪਸਵੀ ਬਾਬਾ ਗੁਰਬਚਨ ਸਿੰਘ ਜੀ
ਉਹਨਾਂ ਦੇ ਨਾਂ ਤੋਂ ਬਹੁਤ ਸਾਰੀ ਮਾਇਆ ਭੈਣ ਜੀ ਭੇਜਦੇ ਨੇ। ਸਤਿਗੁਰੂ ਪਾਤਸ਼ਾਹ ਹਾਜ਼ਰੀਆਂ ਦਰ ਤੇ ਉਹ ਭੈਣ ਦਿਆਂ ਪ੍ਰਵਾਨ ਕਰਨ। ਡੇਰਾ ਭਗਤਾਂ ਦੀ ਸੰਗਤ ਵੱਲੋਂ ਸੱਚਖੰਡ ਵਾਸੀ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ, ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ, ਔਰ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰੀ ਮਾਇਆ ਆਈ ਹੈ। ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਕੇ ਚੜ੍ਹਦੀ ਕਲਾ ਕਰਨ। ਆਓ ਜਿਹੜੇ ਪ੍ਰਸੰਗ ਦਾ ਮੈਨੂੰ ਹੁਕਮ ਹੋਇਆ ਉਸ ਪ੍ਰਸੰਗ ਦੇ ਨਾਲ ਮੈਂ ਆਪਣੀ ਦਿੱਤੀ ਹੋਈ ਜਿਹੜੀ ਸਤਿਗੁਰੂ ਨੇ ਬੁੱਧ ਹੈ ਉਹਦੇ ਮੁਤਾਬਕ ਇਹ ਜਿਹੜਾ ਪ੍ਰਸੰਗ ਮੈਂ ਤੁਹਾਡੇ ਸਾਹਮਣੇ ਕਹਿਣ ਲੱਗਾ, ਮੇਰੇ ਪੂਜਨੀਕ ਉਸਤਾਦ ਗਿਆਨੀ ਜੋਗਿੰਦਰ ਸਿੰਘ ਜੀ ਗਗਲੇਵਾਲ ਸਾਹਿਬ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਇਹੋ ਹੀ ਪ੍ਰਸੰਗ ਬੋਲ ਕੇ ਇਹਦੀਆਂ ਕਵਿਤਾਵਾਂ ਸ਼ਾਇਦ 2 ਕਹੀਆਂ ਜਾਣਗੀਆਂ ਜਾਂ 3, ਇਹ ਪ੍ਰਸੰਗ ਬੋਲ ਕੇ ਉਹਨਾਂ ਨੇ 2.5 ਤੋਲੇ ਸੋਨੇ ਦਾ ਮੈਡਲ ਜਿੱਤਿਆ ਸੀਗਾ। ਮੈਂ ਉਹਨਾਂ ਵਰਗਾ ਬਣ ਤੇ ਨਹੀਂ ਸਕਦਾ, ਪਰ ਉਹਨਾਂ ਦੇ ਦਿੱਤੀ ਹੋਈ ਮੱਤ, ਦਿੱਤੀ ਹੋਈ ਅਕਲ, ਉਹਦੇ ਮੁਤਾਬਕ ਸ਼ਾਇਦ ਤੁਹਾਨੂੰ ਗਿਆਨੀ ਜੋਗਿੰਦਰ ਸਿੰਘ ਜੀ ਗਗੜੇਵਾਲ ਸ਼ਾਇਦ ਯਾਦ ਆ ਜਾਵੇ ਕਿ ਉਹਨਾਂ ਦਾ ਲਿਖਿਆ ਪ੍ਰਸੰਗ ਮੈਂ ਤੁਹਾਡੇ ਸਾਹਮਣੇ ਸਰਵਣ ਕਰਾਉਣ ਲੱਗਾ ਹਾਂ। ਇਹ ਪ੍ਰਸੰਗ ਉਸ ਵਕਤ ਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਜਾਂਦੇ ਹੋ। ਸੱਚਖੰਡ ਸ੍ਰੀ ਪਵਿੱਤਰ ਧਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ, ਉਹਦੇ ਉੱਤੇ ਜਾ ਕੇ ਨਤਮਸਤਕ ਹੁੰਦੇ ਹੋ। 4 ਦਰਵਾਜ਼ੇ ਬਣੇ ਨੇ, 4 ਦਰਵਾਜ਼ਿਆਂ ਵਿੱਚੋਂ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਆਦਮੀ, ਭਾਵੇਂ ਕੋਈ ਕਿਸੇ ਜਾਤ ਨਾਲ ਸੰਬੰਧਿਤ ਆਦਮੀ ਆਵੇ, ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬਰਾਬਰਤਾ ਦਿੱਤੀ ਜਾਂਦੀ ਹੈ। ਪਰ ਜਦੋਂ ਤੁਸੀਂ ਉਹ ਪੌੜੀਆਂ ਉਤਰ ਕੇ ਥੱਲੇ ਪ੍ਰਕਰਮਾਂ ਵਿੱਚ ਜਾਂਦੇ ਹੋ, ਸਤਿਗੁਰੂ ਦੀ ਕਿਰਪਾ ਸਦਕਾ ਤੁਹਾਡਾ ਮਨ ਜਿਹੜਾ ਹੈ ਇੱਕ ਵਾਰੀ ਨੀਵਾਂ ਹੋ ਜਾਂਦਾ ਹੈ। ਜਿੰਨੀ ਵੀ ਮਨ ਦੇ ਵਿੱਚ ਕਾਮਨਾ ਹੁੰਦੀ ਹੈ, ਕਪਟ ਹੁੰਦਾ ਹੈ ਕਿਸੇ ਵੇਲੇ, ਉਹ ਸਤਿਗੁਰੂ ਦੀ ਕਿਰਪਾ ਸਦਕਾ ਦੂਰ ਹੋ ਜਾਂਦਾ ਹੈ। ਇਹ ਸੱਚਖੰਡ ਦੀ ਪਵਿੱਤਰ ਦੀ ਧਰਤੀ ਤੇ ਬਹੁਤ ਵੱਡਾ ਕੁਕਰਮ ਹੋ ਰਿਹਾ ਹੈ, ਬਹੁਤ ਵੱਡਾ ਅਤਿਆਚਾਰ ਹੋ ਰਿਹਾ ਹੈ। ਜਦੋਂ ਨਾਦਰ ਸ਼ਾਹ ਦੁਰਾਨੀ ਹਿੰਦੁਸਤਾਨ ਦੇ ਉੱਤੇ ਹਮਲਾ ਕਰਕੇ ਚੱਲਿਆ ਨਾ, ਇਹਨੇ ਹਮਲਾ ਕਰਨ ਤੋਂ ਬਾਅਦ ਹਮਲਾ ਕਰਕੇ ਵਾਪਸ ਚਲ ਗਿਆ। ਇਹਨੇ ਬਹੁਤ ਵੱਡਾ ਨੁਕਸਾਨ ਕੀਤਾ, ਬੜੀਆਂ ਵੱਡੀਆਂ ਇੱਜ਼ਤਾਂ ਇਹਨੇ ਰੋਲੀਆਂ। ਪਰ ਨਾਦਰ ਸ਼ਾਹ ਦੁਰਾਨੀ ਦੇ ਜਾਣ ਤੋਂ ਬਾਅਦ ਲਾਹੌਰ ਦੇ ਤਖਤ ਤੇ ਬੈਠਾ ਹੈ ਖਾਨ ਬਹਾਦਰ ਜ਼ਕਰੀਆ ਖਾਨ। ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ, ਇਹ ਜ਼ਕਰੀਆ ਖਾਨ ਉਦੋਂ ਇੱਕ ਪਾਸੇ ਹੋ ਕੇ ਬੈਠ ਗਿਆ। ਪਰ ਆਖਰਕਾਰ ਨਾਦਰ ਸ਼ਾਹ ਦੁਰਾਨੀ ਜਦੋਂ ਹਮਲਾ ਕਰਕੇ ਚਲੇ ਗਿਆ ਲੁੱਟ ਦਾ ਮਾਲ ਲੈ ਕੇ, ਇਹਨੂੰ ਜਰਾ ਹੋਸ਼ ਆਈ, ਇਹਦੇ ਹਵਾਸ਼ ਕਾਇਮ ਹੋਏ। ਖਾਨ ਬਹਾਦਰ ਜ਼ਕਰੀਆ ਖਾਨ ਗਵਰਨਰ ਪੰਜਾਬ, ਇਹਦੇ ਜਦੋਂ ਹੋਸ਼ ਹਵਾਸ ਕਾਇਮ ਹੋਏ, ਇਹਨੇ ਸਭ ਤੋਂ ਪਹਿਲਾਂ ਕਿਰੜ ਕਰਨੀ ਸ਼ੁਰੂ ਕਰ ਦਿੱਤੀ ਹੈ। ਨਾਦਰ ਸ਼ਾਹ ਦੁਰਾਨੀ ਦਾ ਇਹਦੇ ਮਨ ਦੇ ਵਿੱਚ ਬਹੁਤ ਵੱਡਾ ਗੁੱਸਾ ਸੀਗਾ। ਨਾਦਰ ਸ਼ਾਹ ਦੁਰਾਨੀ ਨੇ ਐਡਾ ਇਹਨੂੰ ਖੁੰਦਰੇ ਲਾਇਆ ਸੀਗਾ, ਇਹਦੇ ਮਨ ਦੇ ਵਿੱਚ ਬਹੁਤ ਵੱਡਾ ਕਪਟ ਸੀਗਾ। ਨਾਦਰ ਸ਼ਾਹ ਦੁਰਾਨੀ ਨੂੰ ਇਹ ਤੋਂ ਕੁਝ ਕਰ ਨਾ ਸਕਿਆ, ਉਹਦਾ ਤਾਂ ਕੁਝ ਵਿਗਾੜ ਨਾ ਸਕਿਆ। ਪਰ ਇਹਨੇ ਕੀ ਕੀਤਾ, ਇਹਨੇ ਗੁਰੂ ਕੇ ਸਿੱਖਾਂ ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਹਨੇ ਐਲਾਨ ਕਰ ਦਿੱਤਾ ਹੈ ਕਿ ਮੈਨੂੰ ਕੋਈ ਸਿੱਖ ਨਜ਼ਰੀ ਨਾ ਆਵੇ, ਜਿਹੜਾ ਵੀ ਸਿੱਖ ਨਜ਼ਰੀ ਆਵੇ ਉਹਨਾਂ ਮਾਰ ਕੇ ਮਲੀਆ ਮੇਟ ਕੀਤਾ ਜਾਵੇ। ਆਖਰਕਾਰ ਸਿੱਖ ਇਹਦੇ ਡਰ ਦੇ ਨਾਲ ਲਾ ਲਓ ਜਾਂ ਇਹਦੀ ਦਹਿਸ਼ਤ ਦੇ ਨਾਲ ਲਾ ਲਓ, ਗੁਰੂ ਕੇ ਸਿੱਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਣਾ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਮੁਨਾਸਬ ਨਾ ਸਮਝਿਆ, ਕਿਉਂਕਿ ਬੜਾ ਵੱਡਾ ਕਹਿਰ ਤੇ ਬੜਾ ਵੱਡਾ ਅਤਿਆਚਾਰ ਕਰ ਰਿਹਾ ਸੀ ਇਹ ਖਾਨ ਬਹਾਦਰ ਜ਼ਕਰੀਆ ਖਾਨ। ਅਤਿਆਚਾਰ ਕਰਨ ਤੋਂ ਬਾਅਦ ਇਹਦੇ ਮਨ ਵਿੱਚ ਆਇਆ ਕਿ ਜਿਹੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਹੈ, ਇਹ ਜਿਹੜੇ ਸਿੱਖ ਆ ਇਸ ਪਵਿੱਤਰ ਧਰਤੀ ਤੋਂ ਅੰਮ੍ਰਿਤ ਛਕ ਕੇ, ਭਾਵ ਕਿ ਅੰਮ੍ਰਿਤ ਦਾ ਚੂੜਾ ਲੈ ਕੇ ਇਹ ਆਪਣੇ ਆਪ ਨੂੰ ਬਹੁਤ ਵੱਡੇ ਅਖਵਾਉਣ ਲੱਗ ਪੈਂਦੇ ਨੇ। ਕਿਉਂ ਨਾ ਹੋਵੇ ਤੇ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਪੂਰਿਆ ਜਾਵੇ। ਇਹਨੇ ਸਾਰੇ ਚੌਧਰੀ ਸੱਦਲੇ ਨੇ, ਚੌਧਰੀ ਸ਼ਾਮਾ ਰੰਧਾਵਾ, ਚੌਧਰੀ ਮਸਾਉਲਦੀਨ, ਇਸ ਤਰ੍ਹਾਂ ਨੇ ਜਿੰਨੇ ਚੌਧਰੀ ਸਨ ਸਾਰਿਆਂ ਨੂੰ ਬੁਲਾਵਾ ਭੇਜ ਕੇ ਤੇ ਇਹਨੇ ਲਾਹੌਰ ਬੁਲਾ ਲਿਆ ਹੈ। ਇਹਨੇ ਬੜੀ ਵੱਡੀ ਤਕੀਰ ਕੀਤੀ ਹੈ ਕਿ ਮੈਨੂੰ ਕੋਈ ਸਿੱਖ ਨਜ਼ਰੀ ਆਉਣਾ ਨਹੀਂ ਚਾਹੀਦਾ, ਜਿਹੜਾ ਸਿੱਖ ਨੂੰ ਮਾਰ ਕੇ ਲਿਆਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ, ਜਿਹੜਾ ਸਿੱਖ ਦਾ ਸਿਰ ਲੈ ਕੇ ਆਵੇਗਾ ਉਹਨੂੰ ਵੀ ਇਨਾਮ ਦਿੱਤਾ ਜਾਵੇਗਾ। ਇਨਾਮ ਤੇ ਚੌਧਰਾਂ ਦੇ ਮਾਲਕ ਇਹ ਜਿਹੜੇ ਚੌਧਰੀ ਸਨ, ਇਹਨਾਂ ਨੇ ਵੱਖਰੇ ਵੱਖਰੇ ਇਲਾਕੇ ਵਿੱਚ ਬਹੁਤ ਵੱਡੀਆਂ ਦਹਿਸ਼ਤਾਂ ਪਾ ਦਿੱਤੀਆਂ। ਆਖਰਕਾਰ ਜਦੋਂ ਵੰਡ ਹੋਈ ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਮੱਸਾ ਰੰਗਣ ਮੜਿਆਲੇ ਦਾ, ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ 4 ਕਮੀਲ ਦੀ ਵਿੱਥ ਤੇ ਇਹਦਾ ਪਿੰਡ ਮੜਿਆਲਾ ਹੈ। ਇਹਨੇ ਸੋਚਿਆ ਕਿ ਇਹ ਇਲਾਕਾ ਮੈਨੂੰ ਦਿੱਤਾ ਜਾਵੇ। ਇਹਨੇ ਅੰਮ੍ਰਿਤਸਰ ਦਾ ਇਲਾਕਾ ਲੈ ਲਿਆ। ਇਲਾਕਾ ਲੈਣ ਤੋਂ ਬਾਅਦ ਇਹਨੇ ਅਤਿਆਚਾਰ ਸ਼ੁਰੂ ਕਰਨ ਦਿੱਤੇ। ਇਹਨੇ ਐਸੇ ਅਤਿਆਚਾਰ ਸ਼ੁਰੂ ਕਰ ਦਿੱਤੇ
ਜਿਹੜਾ ਦਰਸ਼ਨੀ ਡਿਉੜੀ ਦਾ ਪੁਲ ਹੈ, ਉਹ ਪੁਲ ਲੰਘ ਕੇ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੁੰਦੇ ਹੋ, ਭਾਵ ਕਿ ਮੱਥਾ ਟੇਕਦੇ ਹੋ, ਉੱਥੇ ਇਹ ਚੌਧਰੀ ਮੰਜਾ ਢਾ ਕੇ ਬਹਿ ਗਿਆ। ਇਹਦਾ ਦੱਖਣ ਵੱਲ ਨੂੰ ਸਿਰ ਕਰਕੇ ਪਹਾੜ ਵੱਲ ਨੂੰ ਇਹਨਾਂ ਇਸ ਤਰ੍ਹਾਂ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਕੁਕਰਮ ਕਰਨ ਵਾਸਤੇ ਮੱਸਾ ਰੰਗੜ, ਜਿੱਥੇ ਰੋਜ਼ ਕੀਰਤਨ ਹੁੰਦਾ ਹੈ, ਜਿੱਥੇ ਰੋਜ਼ ਸ਼ਿਵਰਾਂ ਲੱਗਦੀਆਂ ਨੇ, ਜਿੱਥੇ ਰੋਜ਼ ਅੰਮ੍ਰਿਤ ਵੇਲੇ ਛੱਕੇ ਪੜ੍ਹੇ ਜਾਂਦੇ ਨੇ, ਉਸ ਧਰਤੀ ਦੇ ਉੱਤੇ ਇਹ ਮੱਸਾ ਰੰਗੜ ਬਹਿ ਗਿਆ ਹੈ ਪਲੰਗਾ ਢਵਾ ਕੇ। ਕੋਲ ਇਹਦੇ ਨਾਚ ਕਰਦੀ ਆ ਵੇਸਵਾ। ਇਸ ਤਰ੍ਹਾਂ ਸਾਰਾ ਕੁਕਰਮ ਹੋ ਰਿਹਾ, ਪਾਨ ਚੂਬ ਚੂਬ ਕੇ ਅੰਦਰ ਸੁੱਟ ਰਹੇ ਨੇ, ਸ਼ਰਾਬ ਦੇ ਦੌਰ ਚੱਲ ਰਹੇ ਨੇ। ਇਹ ਪਤਾ ਲੱਗਾ ਬਲਾਕਾ ਸਿੰਘ ਕੰਗਾਂ ਵਾਲੇ ਦੇ ਰਹਿਣ ਵਾਲੇ ਨੂੰ। ਉਹਨੇ ਇੱਥੋਂ ਜੋ ਤੁਰਿਆ, ਬੁੱਢਾ ਸਿੰਘ ਬੀਕਾਨੇਰ ਦੀ ਧਰਤੀ ਵਿੱਚ ਜਾ ਕੇ ਸਿੰਘਾਂ ਨੂੰ ਖਬਰ ਦੇਣੀ ਚਾਹੀ। ਆਖਰਕਾਰ ਬੀਕਾਨੇਰ ਦੀ ਧਰਤੀ ਵਿੱਚ ਸਿੰਘ ਵਸੇ ਸਨ। ਇਸ ਤਰ੍ਹਾਂ ਦੁਆਬੇ ਵਿੱਚ, ਜਲੰਧਰ ਵਿੱਚ ਵੀ ਬਹੁਤ ਵੱਡੇ ਸਿੱਖ ਵਸੇ ਸਨ। ਇਤਿਹਾਸ ਬੜਾ ਲੰਬਾ ਹੈ, ਇਸ ਕਰਕੇ ਮੈਂ ਸ਼ਾਰਟਕਟ ਵਿਚਾਰਾਂ ਰਾਹੀਂ ਅੱਗੇ ਜਾ ਰਿਹਾ। ਬੁੱਢਾ ਸਿੰਘ ਦੇ ਜਥੇ ਬੀਕਾਨੇਰ ਦੀ ਧਰਤੀ ਤੇ ਜਾ ਕੇ ਇਹ ਬਲਾਕਾ ਸਿੰਘ ਕੰਗਾਂ ਵਾਲੇ ਨੇ ਬੁੱਢਾ ਸਿੰਘ ਨੂੰ ਗੱਲ ਦੱਸੀ ਹੈ, ਸਾਰੇ ਜਥੇਦਾਰਾਂ ਨੂੰ ਗੱਲ ਦੱਸੀ ਹੈ। ਜਥੇਦਾਰਾਂ ਨੇ ਬੜੀ ਵੱਡੀ ਇਹਨੂੰ ਝਿੜਕ ਪਾਈ ਹੈ। ਖਰੀਆਂ ਸਿੰਘ ਬਲਾਕਾ ਸਿੰਘ ਕੋਲੋਂ ਉਹ ਗੁੱਸਾ ਚੜ ਗਿਆ ਸੀ ਜਥੇਦਾਰ ਤਾਈਂ, ਮੁੱਛਾਂ ਫੜਕੀਆਂ, ਅੱਖਾਂ ਵਿੱਚ ਆਈ ਲਾਲੀ ਤੇ ਚਿਹਰਾ ਭਬਕਿਆ ਸ਼੍ਰੀ ਦਰਬਾਰ ਤਾਈਂ। ਜਦੋਂ ਇੰਨੀਆਂ ਗੱਲਾਂ ਸੁਣੀਆਂ, ਬਾਬਾ ਬੁੱਢਾ ਸਿੰਘ ਦੀ ਅੱਖਾਂ ਵਿੱਚ ਖੂਨ ਉਤਰ ਆਇਆ। ਉਹਨੇ ਅਗਲੇ ਭਲਕ ਲਾ ਕੇ ਦੀਵਾਨ ਆਖਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਬਲਾਕਾ ਸਿੰਘ ਜੀ ਆਏ ਆ। ਬਲਾਕਾ ਸਿੰਘ ਨੂੰ ਝਿੜਕਾਂ ਪਾਈਆਂ ਕਿ ਉੱਥੇ ਏਡੀ ਵੱਡੀ ਬੇਅਦਬੀ ਹੋ ਰਹੀ ਹੈ ਤੇ ਤੂੰ ਲੜਕੇ ਕਿਉਂ ਨਾ ਮਰ ਗਿਓ? ਤੇਰਾ ਚਿੱਤ ਕਿੱਦਾਂ ਕੀਤਾ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਛੱਡ ਕੇ ਆਉਣ ਦਾ? ਆਖਰਕਾਰ ਬਲਾਕਾ ਸਿੰਘ ਕਹਿਣ ਲੱਗਾ, ਬੁੱਢਾ ਸਿੰਘ ਜਥੇਦਾਰ ਜੀ, ਜੇ ਮੈਂ ਉੱਥੇ ਲੜ ਕੇ ਮਰ ਜਾਂਦਾ, ਜੇ ਮੈਂ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦਾ, ਤੇ ਇਸ ਧਰਤੀ ਤੇ ਖਬਰ ਸਿੰਘਾਂ ਨੂੰ ਕਿੰਨੇ ਪਹੁੰਚਾਉਣੀ ਸੀ? ਮੈਂ ਤੇ ਉੱਥੇ ਸ਼ਹੀਦੀਆਂ ਪਾ ਜਾਣੀਆਂ ਸੀ, ਪਰ ਤੁਹਾਨੂੰ ਖਬਰ ਕਿੰਨੇ ਪਹੁੰਚਾਉਣੀ ਸੀ? ਆਖਰਕਾਰ ਅੱਗੇ ਦੀਵਾਨ ਲੱਗਾ। ਬਾਬਾ ਬੁੱਢਾ ਸਿੰਘ ਨੇ ਮੇਚਲੇ ਟੇਬਲ ਦੇ ਉੱਤੇ ਤਲਵਾਰ ਰੱਖ ਕੇ ਜੰਕਾਰੇ ਗਜਾਏ। ਆਖਿਆ, ਕੋਈ ਹੈ ਸੂਰਮਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਸਕੇ? ਪਹਿਲੀ ਆਵਾਜ਼ ਨਾਲ ਕੋਈ ਨਾ ਉੱਠਿਆ, ਦੂਜੀ ਆਵਾਜ਼ ਨਾਲ ਕੋਈ ਨਾ ਉੱਠਿਆ। ਆਖਰ ਕੜਕ ਕੇ ਬਾਬਾ ਬੁੱਢਾ ਸਿੰਘ ਨੇ ਆਵਾਜ਼ ਦਿੱਤੀ, ਕੋਈ ਸੂਰਮਾ ਉੱਠੋ ਜੋ ਮੱਸੇ ਰੰਗੜ ਦਾ ਕਤਲ ਕਰਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਾਵੇ। ਦੋ ਸੂਰਮੇ ਉੱਠੇ ਨੇ, ਇੱਕ ਸੂਰਮਾ ਸੁੱਖਾ ਸਿੰਘ ਹੈ ਤੇ ਇੱਕ ਬਾਬਾ ਮਤਾਬ ਸਿੰਘ ਹੈ। ਇਹਨਾਂ ਨੇ ਬਾਬਾ ਬੁੱਢਾ ਸਿੰਘ ਨੂੰ ਕਿਹਾ, ਕਹਿਣ ਲੱਗੇ, ਜਥੇਦਾਰ ਜੀ, ਅਸੀਂ ਤੁਹਾਡੇ ਨਾਲ ਪਰਨ ਕਰਦੇ ਹਾਂ, ਵਾਅਦਾ ਕਰਦੇ ਹਾਂ, ਇਕਰਾਰ ਕਰਦੇ ਹਾਂ, ਜੇ ਤੇ 8 ਦਿਨਾਂ ਦੇ ਅੰਦਰ ਅੰਦਰ ਅਸੀਂ ਇਸ ਧਰਤੀ ਤੇ ਪਰਤ ਆਏ ਤੇ ਗੱਲ ਠੀਕ ਹੈ, ਮੱਸੇ ਰੰਗੜ ਦਾ ਸਿਰ ਲੈ ਕੇ ਉਹਨੂੰ ਮਾਰ ਕੇ, ਅਗਰ ਜੇ 8 ਦਿਨਾਂ ਤੋਂ ਵੱਧ ਸਮਾਂ ਹੋ ਗਿਆ, ਸਾਡੇ ਨੌਗੇ ਦਾ, ਸਾਡੇ ਨਾਂ ਦਾ ਭਾਵ ਸ਼੍ਰੀ ਅਖੰਡ ਪਾਠ ਸਾਹਿਬ ਕਰਾ ਕੇ ਤੇ ਉਹਦੇ ਭੋਗ ਪਾ ਦਿਓ। ਇਹ ਕਹਿ ਕੇ ਇਹ ਦੋਵੇਂ ਸੂਰਮੇ ਮੰਜ਼ਲਾਂ ਨੂੰ ਮਾਰਦੇ ਹੋਏ ਸਿਰ ਕੱਪ ਦੇ ਥੇ ਦੇ ਉੱਤੇ ਇਹਨਾਂ ਬੜੀ ਵੱਡੀ ਬਨਾਵਟ ਬਣਾਈ ਹੈ। ਚੌਧਰੀ ਜੱਟਾਂ ਵਾਲਾ ਇਹਨਾਂ ਨੇ ਭੇਸ ਬਣਾ ਲਿਆ। ਕੇਸ ਬੜੇ ਲੰਮੇ ਸੀਗੇ ਬਾਬਾ ਸੁੱਖਾ ਸਿੰਘ, ਬਾਬਾ ਮਤਾਬ ਸਿੰਘ ਜੀ ਦੇ। ਇਹਨਾਂ ਨੇ ਕੇਸ ਆਪਣੇ ਪਛਾਣ ਨੂੰ ਕਰ ਲਏ, ਉੱਤੇ ਪੱਗਾਂ ਸਜਾ ਲੀਆਂ, ਦਸਤਾਰਾਂ ਸਜਾ ਲੀਆਂ, ਗੋਲ ਦਮਾਲੇ ਸਜਾ ਲਏ। ਚੌਧਰੀਆਂ ਵਾਲਾ ਭੇਸ ਬਣਾ ਕੇ ਇਹ ਜਿਹੜੀਆਂ ਤਲਵਾਰਾਂ ਸੀ ਇਹਨਾਂ ਦੇ ਕੋਲ, ਇਹਨਾਂ ਨੇ ਆਪਣੇ ਚੋਲਿਆਂ ਦੇ ਵਿੱਚ ਪਾ ਲੀਆਂ। ਆਖਰਕਾਰ ਇਹਨਾਂ ਨੇ ਸਿਰ ਕੱਪ ਦੇ ਥੇ ਤੋਂ ਛੋਟੀਆਂ ਛੋਟੀਆਂ ਠੀਕਰਾਂ ਉਹ ਗੋਲ ਕਰਕੇ ਇੱਕ ਛੋਟਾ ਜਿਹਾ ਥੈਲਾ, ਭਾਵ ਕਿ ਛੋਟਾ ਜਿਹਾ ਬੋਰਾ ਭਰ ਲਿਆ ਹੈ। ਇਹਨਾਂ ਦੀ ਬੜੀ ਵੱਡੀ ਵਿਉਂਤਬੰਦੀ ਦੇ ਨਾਲ ਇਹਨਾਂ ਦੇ ਮਨ ਸੀਗਾ ਕਿ ਜੇ ਮੱਸੇ ਰੰਗੜ ਦੇ ਕੋਲ ਗਏ ਤੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ, ਅਸੀਂ ਇੱਕ ਤਰਕੀਬ ਦੇ ਨਾਲ ਜਾਵਾਂਗੇ। ਆਖਰਕਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ, ਗੱਲ ਨੂੰ ਲੰਮਾ ਨਾ ਕਰਾਂ, ਜਦੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਬਹਿ ਆ ਗਏ, ਲਾਚੀ ਬੇਰ ਦੇ ਨਾਲ ਇਹਨਾਂ ਨੇ ਦੋਵੇਂ ਘੋੜੇ ਬੰਨ ਲਿਆ। ਦਰਸ਼ਨੀ ਡਿਉਢੀ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਖਲੋ ਕੇ ਇਹਨਾਂ ਨੇ ਅਰਦਾਸ ਕੀਤੀ ਹੈ, ਇਹਨਾਂ ਨੇ ਡੰਡੌਤ ਕੀਤੀ ਹੈ, ਇਹਨਾਂ ਨੇ ਬੰਦਗੀ ਕੀਤੀ ਹੈ। ਇਹਨਾਂ ਨੇ ਭਾਵ ਸਤਿਗੁਰਾਂ ਦੇ ਅੱਗੇ ਤਰਲਾ ਲੈ ਕੇ ਆਖਿਆ, ਸੱਚਿਆ ਪਾਤਸ਼ਾਹ, ਜੇ ਹੁਣ ਅੰਦਰ ਨਹੀਂ ਜਾਂਦੇ ਤੇ ਗੱਲ ਬਣੇਗੀ ਨਹੀਂ। ਆਖਰਕਾਰ ਦਰਸ਼ਨੀ ਡਿਉਢੀ ਤੋਂ ਅੰਗਲ ਲੱਗੇ, ਲੰਘਦੇ ਲੰਘ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦਿੱਤੀ ਹੈ ਇਹਨਾਂ ਨੇ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੋ ਰਹੀ ਬਦਬੀ ਨੂੰ ਟਾਲਣ ਵਾਸਤੇ, ਰੋਕਣ ਵਾਸਤੇ ਇਹਨਾਂ ਸਿੰਘਾਂ ਦੀ ਡਿਊਟੀ ਲਾਈ ਸੀ, ਪਰ ਉਹ ਸਿੰਘ ਸੂਰਮੇ ਜਦੋਂ ਦਰਸ਼ਨੀ ਡਿਉਢੀ ਤੋਂ ਪੁਲ ਲੰਘ ਕੇ ਅੱਗੇ ਵੇਖਦੇ ਨੇ, ਮੱਸਾ ਰੰਗੜ ਪਲੰਗੇ ਦੇ ਉੱਤੇ ਬੈਠਾ ਹੈ, ਵੇਸਵਾ ਨਾਚ ਪਈ ਕਰਦੀ ਹੈ, ਚਿਲਮਾਂ ਉੱਡ ਰਹੀਆਂ ਨੇ, ਹੁੱਕੇ ਉੱਡ ਰਹੇ ਨੇ, ਸ਼ਰਾਬ ਦਾ ਦੌਰ ਚੱਲ ਰਿਹਾ ਹੈ, ਲੋਕੀ ਪਾਨ ਚੂਬ ਚੂਬ ਕੇ ਉੱਥੇ ਥੁੱਕ ਰਹੇ ਨੇ। ਜਦੋਂ ਦੋਵਾਂ ਸੂਰਮਿਆਂ ਨੇ ਵੇਖਿਆ ਤੇ ਇਹਨਾਂ ਨੂੰ ਇੱਕ ਵਾਰੀ ਚਰਨਾੜ ਛਿੜ ਗਈ।
ਮੇਰੇ ਉਸਤਾਦ ਸਾਹਿਬ ਜੀ ਨੇ ਇੱਥੇ 4 ਲਾਈਨਾਂ ਬੜੀਆਂ ਸੁੰਦਰ ਲਿਖੀਆਂ। ਉਹ ਕਹਿੰਦਾ ਜਿਸ ਵੇਲੇ ਸੂਰਮੇਜਾਂ ਵਿੱਚ ਦਰਬਾਰ ਪਹੁੰਚੇ, ਤੁਰਕਾਂ ਦੀ ਲੱਗੀ ਹੋਈ ਮਹਿਫਲ ਸਹਾਉਂਦੀ ਹੈ, ਨਾਜੀ ਕਿੰਨਾ ਥਿੰਦੀ ਹੈ ਆਵਾਜ਼ ਜੋੜੀ, ਉਹ ਕਰਕੇ ਬਤਾਵੇ ਰੰਡੀ ਦਿਲ ਪਰਚਾਉਂਦੀ ਹੈ, ਕਦੀ ਆਸਾ ਭੈਰਵੀ ਹੰਡੋ ਲਗਾਵੇ ਮਾਲਕਾ ਉਸ ਬਰਵਾ ਪਹਾੜੀ, ਕਦੀ ਗਜ਼ਲਾਂ ਸੁਣਾਉਂਦੀ ਹੈ, ਉਹ ਮਾਸ ਤੇ ਸ਼ਰਾਬ ਹੁੱਕਾ ਉੱਡਦਾ ਮੰਦਰ ਵਿੱਚ, ਗਿਆਨ ਸਿੰਘਾ ਖਲਕਤ ਤਾੜੀਆਂ ਵਜਾਉਂਦੀ ਹੈ। ਲਿਖਿਆ ਡੂਬੇ ਤਪਲੇ ਪੁਕਾਰ ਰਹੇ, सभा मद कौन कौन सारंगी की तार बथलाए है, और बार बद्दू मस्से वाला हाथ को पसार कहो, डोबू वो सो जी हाँ नृत्य करवाए है। लिखिया ताके तरकड़ थही थही बोल दी मर्दांग संग, लिफ लिफ नखरों से नाचती नचैया, आगा नाना शमक शमक करे घुंघरू जो पगा से बंदैया, और लटक लटक हो लटा होठों से हंदोरे करे, और जिया तड़फाई लागी माथे की बंदैया, कहे कवि बालम ये मस की मौत नाचे, कहे कवि बालम जे मस की मौत नाचे, भेजी रख राए लिफ गाती जो गवैया। लिखिया ਸਿੰਘਾਂ ਨੇ ਤੱਕਿਆ ਇਹ ਜ਼ੁਲਮੀ ਕਾਰਾ, ਗੁੱਸੇ ਦੇ ਵਿੱਚ ਚੜ ਗਿਆ ਸਿੰਘਾਂ ਨੂੰ ਪਾਰਾ, ਉਤੇ ਕੀਤਾ ਸੁੱਖਾ ਸਿੰਘ ਨੇ ਅੱਖ ਨਾਲ ਇਸ਼ਾਰਾ, ਉਥੇ ਬਚ ਕੇ ਇੱਥੋਂ ਜਾਏ ਨਾ ਉਹ ਜ਼ਾਲਮ ਹਥਿਆਰਾ, ਫਿਰ ਮਾਰੀ ਤੇਗ ਮਤਾਬ ਸਿੰਘ ਉਹ ਟਿੱਲ ਲਾ ਕੇ ਸਾਰਾ, ਉਹਨੇ ਸਿਰ ਮੱਸੇ ਦਾ ਲਾ ਲਿਆ ਜੋ ਟੁੱਟਦਾ ਤਾਰਾ, ਫਿਰ ਨੇਜੇ ਉੱਤੇ ਟੰਗਿਆ ਬਣ ਗਿਆ ਨਜ਼ਾਰਾ, ਛੱਡਿਆ ਅਕਾਲ ਕਾਲ ਦਾ ਸਿੰਘਾਂ ਜੰਕਾਰਾ, ਜਾਈਏ ਤੇਥੋਂ ਸਦਕੜੇ ਸਿੰਘਾਂ ਸਰਦਾਰਾ। ਅੱਗੇ ਕੀ ਹੋਇਆ? ਲਿਖਿਆ ਮਰ ਗਿਆ ਮੱਸਾ ਚੌਧਰੀ, ਮੱਚ ਗਈ ਦੁਹਾਈ, ਉਹ ਮੱਸੇ ਦੀ ਜਾ ਨਾਰ ਨੂੰ ਕਿਸੇ ਖਬਰ ਸੁਣਾਈ, 2 ਪਹਿਰੇ ਦੇ ਸਿਪਾਹੀ ਅਲਾਈ ਬਖਸ਼ ਤੇ ਇਮਾਮ ਬਖਸ਼ ਹਰਮੰਦਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਬੈਠੇ ਨੇ ਪਹਿਰੇ ਦੇ ਉੱਤੇ। ਇਹ ਜੋ ਨਸੇ ਮੱਸੇ ਰੰਗੜ ਦਾ ਪਿੰਡ ਮੜਿਆਲਾ ਬਹੁਤੀ ਦੂਰ ਨਹੀਂ, 4 ਮੀਲ ਦੀ ਵਿੱਤੇ ਆ। ਜਾ ਕੇ ਮੱਸੇ ਰੰਗੜ ਦਾ ਤਾਜ਼ਾ ਵਿਆਹ ਹੋਇਆ ਹੈ, ਤਾਜ਼ਾ ਦੀ ਸ਼ਾਦੀ ਦਾ ਸਗਨਾ ਦਾ ਦਿਨ ਹੈ। ਇਹਦੀ ਘਰਵਾਲੀ ਨੇ ਮੀਡੀਆਂ ਗੁੰਦੀਆਂ ਚੂੜਾ ਹੱਥਾਂ 'ਚ ਪਾਇਆ, ਜਾ ਕੇ ਇਹਨਾਂ ਨੇ ਰੋਣ ਦਾ ਕਾਰਨ ਕੀਤਾ, ਕਹਿੰਦੇ ਬੇਗਮ ਸਾਹਿਬਾਂ ਹਨੇਰ ਪੈ ਗਿਆ, ਲੁੱਟੇ ਗਏ, ਮਾਰੇ ਗਏ। ਜਿਵੇਂ ਜਾ ਕੇ ਇਹਨਾਂ ਦੋਵਾਂ ਸਿੰਘਾਂ ਦੀ ਖਬਰ ਮੱਸੇ ਰੰਗੜ ਦੀ ਬੇਗਮ ਨੂੰ ਦਿੱਤੀ ਹੈ, ਉਸ ਵੇਲੇ ਦਾ ਸੀਨ ਹੈ ਇਉਂ ਬਿਨੇ ਕੀਤਾ ਜਾਂਦਾ ਹੈ। ਸਿਰ ਵੱਢ ਕੇ ਚੌਧਰੀ ਦਾ ਛੱਡ ਤੇ ਯੋਰਦ ਸਿੰਘਾਂ ਜਕਾਰੇ, ਛੱਡ ਭੱਜ ਗਏ ਡਿਊਟੀਆਂ ਨੂੰ ਜੋ ਸਨ ਪਹਿਰੇਦਾਰ ਖਲਾਰੇ। ਹੋ ਕਿਸੇ ਦੱਸਿਆ ਬੇਗਮ ਨੂੰ ਤੇਰੇ ਮੰਦਰ ਸੁਖਾਂ ਦੇ ਟਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਸਿਰ ਵੱਢ ਕੇ ਚੌਧਰੀ ਦਾ ਛੱਡ ਤੇ ਯੋਰਦ ਸਿੰਘਾਂ ਜਕਾਰੇ, ਛੱਡ ਭੱਜ ਗਏ ਡਿਊਟੀਆਂ ਨੂੰ ਜੋ ਸਨ ਪਹਿਰੇਦਾਰ ਖਲਾਰੇ। ਹੋ ਕਿਸੇ ਦੱਸਿਆ ਬੇਗਮ ਨੂੰ ਤੇਰੇ ਮੰਦਰ ਸੁਖਾਂ ਦੇ ਟਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਵੇਖਣ ਨੂੰ ਭੋਲੇ ਸੀ ਉਹ ਤਾਂ ਨਿਕਲੇ ਬੜੇ ਹੁਸ਼ਿਆਰ, ਗਾਂ ਲੱਗ ਗਏ ਅੰਦਰ ਨੂੰ ਦੱਸ ਕੇ ਪੱਟੀ ਦੇ ਨੰਬਰਦਾਰ। ਕੋਈ ਬਾਰ ਨਾ ਸੁਣਦਾ ਏ ਸੁਣਦਾ ਸੀ, ਅੰਦਰ ਜਾਂਦੇ ਵੱਢਣ ਡਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਜੋ ਨਾਲ ਚੌਧਰੀ ਦੇ ਹੈ ਸਨ ਸਾਰੇ ਬੜੇ ਸ਼ਰਾਬੀ, ਸਿੰਘਾਂ ਦੀ ਤੇਗ ਮੂਰੇ ਰੁਲ ਗਈ ਪੈਰਾਂ ਵਿੱਚ ਨਵਾਬੀ। ਉਹ ਜੋ ਫੌਜੀ ਦਸਤੇ ਸੀ ਉਹ ਡਰਦੇ ਵਿੱਚ ਤੰਬੂਆਂ ਦੇ ਬਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਸਾਨੂੰ ਤਾਂ ਖਬਰ ਨਹੀਂ ਖਬਰ ਕਿਹੜੇ ਦੇਸ਼ ਚੋਂ ਆਏ, ਜਾਂ ਉਤਰੇ ਅਰਸ਼ਾਂ ਤੋਂ ਜਾਂ ਫਿਰ ਮਾਤ ਲੋਕ ਦੇ ਜਾਏ। ਕੋਈ ਥਾਂ ਟਿਕਾਣਾ ਨਹੀਂ ਉਹ ਰਹਿੰਦੇ ਪਤਾ ਕਿੱਥੇ ਦੇ ਹੈਗੇ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਵਿੱਚ ਹੈ ਸੀ ਮੰਦਰ ਦੇ ਜਿਹੜੀ ਨਾਚ ਵੇਸਵਾ ਕਰਦੀ, ਤੱਕ ਤੇਗ ਖਾਲਸੇ ਦੀ ਲੁਕ ਕੀ ਪਤਾ ਕਿੱਥੇ ਨਹੀਂ ਡਰਦੀ। ਹੋ ਜੋ ਬਾਜੇ ਵਾਲੇ ਸੀ ਉਹ ਡਰਦੇ ਵਾਂ ਕਬੂਤਰ ਛਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਕਿਸੇ ਚੀਜ਼ ਦੀ ਲੋੜ ਨਹੀਂ ਗੁੱਜਿਆ ਪਿਆ ਰਹਿਣ ਦੇ ਆਟਾ, ਨਹੀਂ ਲੋੜ ਸ਼ਰਬਤਾਂ ਦੀ ਮੁੜ ਕੇ ਸਿੰਘ ਛਕਾ ਕੇ ਚਾਟਾ। ਹੋ ਚਾੜੀ ਉੱਪਰ ਘੋੜਿਆਂ ਦੇ ਹੋ
ਚਾਰੀ ਉੱਪਰ ਘੋੜਿਆਂ ਦੇ ਰਸਤੇ ਸਰਹਾਲੀ ਤੇ ਪੈ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹਨਾਂ ਲਾਚੀ ਬੇਰੀ ਦੇ ਖੋਲੇ ਜਦੋਂ ਆਣ ਕੇ ਘੋੜੇ, ਫੌਜਾਂ ਦੇ ਉੱਠਦਿਆਂ ਨੂੰ ਹੋ ਗਏ ਉਸੇ ਵਕਤ ਭਗੌੜੇ। ਹੋ ਇਸ ਬੀਕਾਨੇਰ ਵਿੱਚ ਹਾਇਓ ਜਾਂਦੇ ਜਾਂਦੇ ਏਦਾਂ ਕਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਇੱਕ ਫੌਜੀ ਦਸਤੇ ਨੇ ਥੋੜੇ ਲੈ ਸਿੰਘਾਂ ਨਾਲ ਚੜ ਕੇ, ਬਹੁਤੇ ਫਰਤੀਲੇ ਸੀ ਨਹੀਂ ਉਹ ਸਿੰਘ ਜਰਾ ਵੀ ਅਟਕੇ। ਹੋ ਲੋਥਾਂ ਤੇ ਲੋਥ ਜੜੀ ਬਈ ਉੱਥੇ ਬਹਿਣ ਖੂਨ ਦੇ ਵਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਉਹ ਮੱਸੇ ਦੀ ਬੇਗਮ ਨੂੰ ਦੱਸਿਆ ਹਾਲ ਜਦੋਂ ਸੀ ਜਾ ਕੇ, ਸੱਚ ਕਿਹਾ ਜੋਗਿੰਦਰ ਨੇ ਅੱਖੀਂ ਆਪ ਵੇਖ ਲੈ ਆ ਕੇ। ਜੋ ਬੁਰਜ ਸੀ ਆਸਾਂ ਦੇ, ਜੋ ਬੁਰਜ ਸੀ ਆਸਾਂ ਦੇ ਸਾਰੇ ਧਰੇ ਧਰਾਏ ਰਹਿ ਗਏ, ਸਿਰ ਵੱਢ ਕੇ ਚੌਧਰੀ ਦਾ ਹੈ ਸਿੰਘ ਬੀਕਾਨੇਰ ਨੂੰ ਲੈ ਗਏ। ਮੇਰੇ ਅਤੀ ਸਤਿਕਾਰਯੋਗ ਮਾਨਯੋਗ ਵੱਡੇ ਵੀਰ ਭਾਈ ਤੀਰਥ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਭੈਣ ਜੀ, ਸਾਡੇ ਭੈਣ ਜੀ ਭਾਈ ਤੀਰਥ ਸਿੰਘ ਜੀ ਨਾਲ ਸਾਡਾ ਬਹੁਤ ਪਿਆਰ ਹੈ। ਇਹਨਾਂ ਦੇ ਭੈਣ ਜੀ ਨਰਿੰਦਰ ਕੌਰ, ਉਹ ਪਹਿਲੋਂ ਸਾਨੂੰ 100 ਦਮੜਾ ਪਹਿਲੋਂ ਦੇ ਕੇ ਗਿਆ, ਫਿਰ ਮਾਇਆ ਦੇ ਕੇ ਗਿਆ। ਮੈਂ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਉਹ ਭੈਣ ਦੀ ਮਨੋਕਾਮਨਾ ਪੂਰਨ ਕਰਕੇ ਚੜ੍ਹਦੀ ਕਲਾ ਕਰਨ। ਮੇਰੇ ਅਤੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜੀ ਬੰਗਲੌਰ ਵਾਲੇ, ਉਹਨਾਂ ਨੇ ਇਤਿਹਾਸ ਤੋਂ ਖੁਸ਼ ਹੋ ਕੇ ਉਹਨਾਂ ਦੇ ਪਰਿਵਾਰ ਵੱਲੋਂ 200 ਦਮੜਾ ਆਇਆ ਹੈ। ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਕੇ ਚੜ੍ਹਦੀ ਕਲਾ ਕਰਨ। ਹੋਰ ਵੀ ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰੀ ਮਾਇਆ ਆਈ ਹੈ, ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਲਖਵਿੰਦਰ ਕੌਰ ਪੁੱਤਰ ਦੀ ਦਾਤ ਮੰਗਦੀ ਹੈ, ਮਹਾਂਪੁਰਸ਼ਾਂ ਦੇ ਪਵਿੱਤਰ ਚਰਨਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚੋਂ ਸਤਿਗੁਰੂ ਉਹਨਾਂ ਨੂੰ ਪੁੱਤਰ ਦੀ ਦਾਤ ਦੇ ਕੇ ਨਾਦਰੀ ਨਦਰ ਨਿਹਾਲ ਕਰਨ। ਭਾਈ ਬਲਦੇਵ ਸਿੰਘ ਤੇ ਕਰਨ ਸਿੰਘ, ਉਹਨਾਂ ਦੇ ਨਾਂ ਤੋਂ ਬਹੁਤ ਸਾਰੀ ਮਾਇਆ, ਦੋਵਾਂ ਭਰਾਵਾਂ ਲਈ ਔਲਾਦ ਪੁੱਤਰ ਦੀ ਦਾਤ ਮੰਗਦੇ ਨੇ, ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਤਰ ਦੀ ਦਾਤ ਦੇ ਕੇ ਤੇ ਨਦਰੀ ਨਦਰ ਨਿਹਾਲ ਕਰਨ। ਬਾਬਾ ਪ੍ਰੀਤਮ ਸਿੰਘ ਜੀ ਦੇ ਮਾਮਾ ਜੀ ਸਵਰਗਵਾਸੀ ਹਰਬੰਸ ਸਿੰਘ ਜੀ ਭਿੰਡਰ, ਉਹਨਾਂ ਦੀ ਯਾਦ ਵਿੱਚ ਬਹੁਤ ਸਾਰੀ ਮਾਇਆ ਆਈ ਹੈ। ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਕੇ ਚੜ੍ਹਦੀ ਕਲਾ ਕਰਨ। ਹਾਂ, ਬਾਬਾ ਜੀ ਵੱਲੋਂ, ਬਾਬਾ ਗੁਰਦੇਵ ਸਿੰਘ ਜੀ ਵੱਲੋਂ ਇੱਕ ਬੇਨਤੀ ਵੀ ਹੈ ਤੇ ਸੂਚਨਾ ਵੀ ਹੈ। ਇੱਕ ਸਾਡਾ ਵੀਰ ਹੈ ਬਈ, ਇਹਦੀਆਂ ਦੋਵੇਂ ਬਾਹਾਂ ਨਹੀਂ ਗਈਆਂ। ਇਹ ਆਪਣੇ ਕਰਤਵ ਦੇ ਨਾਲ ਇਹਨੇ +2 ਵੀ ਕੀਤੀ ਹੈ ਤੇ ਬੜੇ ਕਰਤਵ ਦੇ ਨਾਲ ਇਹ ਸਾਰੀ ਪੜ੍ਹਾਈ ਕੀਤੀ ਹੈ। ਜਿਸ ਕਿਸੇ ਨੇ ਇਸ ਵੀਰ ਦੀ ਕੋਈ ਮਦਦ ਕਰਨੀ ਹੋਵੇ, ਭਾਵ ਕਿ ਇਹਨੂੰ ਮਾਇਆ ਦੇ ਕੇ ਨਵਾਜਣਾ ਹੋਵੇ, ਕਿਉਂਕਿ ਦੋਵੇਂ ਹੱਥ ਹੈ ਨਹੀਂ ਇਸ ਵੀਰ ਦੇ, ਘਰ ਪਰਿਵਾਰ ਦੇ ਬੇਟਾ ਵੀ ਹੈ, ਇਹਨਾਂ ਦਾ ਘਰ ਵਾਲੀ ਵੀ ਆ, ਬੇਟਾ ਵੀ ਆ। ਬਈ ਬੇਟਾ ਘਰ ਵਾਲੀ ਦੇ ਨਾਲ ਹੀ ਆ। ਸੱਚੇ ਪਾਤਸ਼ਾਹ ਕਿਰਪਾ ਕਰ, ਜਿਨ੍ਹਾਂ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਮਦਦ ਕਰ ਸਕਦਾ, ਸਤਿਗੁਰੂ ਕਿਰਪਾ ਕਰਕੇ ਚੜ੍ਹਦੀ ਕਲਾ ਕਰਨ। ਭਾਈ ਬੂਟਾ ਸਿੰਘ ਜੀ ਅਨਮੋਲ ਸਾਹਿਬ ਪੰਥ ਦਾ ਨਾਮਵਰ ਢਾਡੀ, ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਆਈ ਹੈ। ਮੇਰੇ ਤੋਂ ਬਾਅਦ ਮੇਰੇ ਆਉਣ ਵਾਲਾ ਜਥਾ ਗੁਰਪ੍ਰੀਤ ਸਿੰਘ ਜੀ ਚਵਿੰਡਾ, ਉਹਨਾਂ ਵੱਲੋਂ, ਉਹਨਾਂ ਦੇ ਸਾਰੀਆਂ ਸਾਥੀਆਂ ਵੱਲੋਂ ਮਾਇਆ ਆਈ ਹੈ। ਮੈਂ ਜਲਦੀ ਦੇ ਨਾਲ ਕਹਿ ਰਿਹਾ, ਮੇਰੇ ਪਾਸ ਮਿੰਟ ਬੜੇ 4-5 ਰਹਿ ਗਏ ਆ, ਇੱਕ ਛੰਦ ਲਾ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ। ਮਸੇ ਰੰਗੜ ਦੀ ਬੇਗਮ ਨੂੰ ਪਤਾ ਲੱਗਾ, ਅਲਾਈ ਬਖਸ਼ ਤੇ ਇਮਾਮ ਬਖਸ਼ ਨੇ ਜਾ ਕੇ ਦੱਸਿਆ, ਇਹ ਉਸ ਵਕਤ ਆਟਾ ਗੁੰਨ ਰਹੀ ਸੀ। ਆਟਾ ਗੁੰਨਣ ਤੋਂ ਬਾਅਦ ਇਹ ਜੌਂ ਦੌੜੀ ਹੈ, ਇਹਨੇ ਆਪਣੇ ਸਿਰ ਦੇ ਵਾਲ ਖਿਲਾਰ ਲਏ, ਮੀਡੀਆਂ ਪੱਟ ਲੀਆਂ, ਇਹ ਜੌਂ ਤੁਰੀ ਹੈ, ਮਡਿਆਲੇ ਤੋਂ ਤੁਰਦੀ ਹੈ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਵੱਲ ਨੂੰ ਦੌੜੀ ਆਉਂਦੀ ਹੈ। ਆਣ ਕੇ ਜਦੋਂ ਤੱਕਿਆ, ਇਹਨੇ ਦਰਸ਼ਨੀ ਡਿਉੜੀ ਪਾਰ ਕੀਤੀ ਹੈ। ਦਰਸ਼ਨੀ ਡਿਉੜੀ ਪਾਰ ਕਰਨ ਤੋਂ ਬਾਅਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ, ਜਿੱਥੇ ਹਰ ਕੀ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਭਾਵ ਕਿ ਕੀਰਤਨ ਹੁੰਦਾ ਹੈ, ਆਸਾ ਦੀ ਵਾਰ ਦੇ ਸੱਕੇ ਚੱਲਦੇ ਨੇ, ਉੱਥੇ ਇਹਨੇ ਆਣ ਕੇ ਬੂਹੇ ਵਿੱਚ ਤੱਕਿਆ ਤੇ ਇਹਦਾ ਚੌਧਰੀ ਲਮਕ ਰਿਹਾ ਸੀਗਾ, ਚੌਧਰੀ ਮੱਸਾ ਰੰਗੜ ਮਡਿਆਲੇ ਵਾਲਾ। ਜਿੱਡਾ ਵੱਡਾ ਇਹਦਾ ਨਾਂ ਹੈ, ਓਡਾ ਇੱਕ ਕਰਮੀ ਸੀਗਾ, ਓਡਾ ਵੱਡਾ ਬਦਬਖਤ ਸੀਗਾ, ਓਡਾ ਵੱਡਾ ਅਤਿਆਚਾਰੀ ਸੀਗਾ। ਹੁਣ ਆਪ ਜਾਣਦੇ ਹੋ ਕਿ ਮੱਸੇ ਰੰਗੜ ਦਾ ਸਿਰ ਵੱਢਿਆ ਸੀਗਾ ਤੇ ਸਿਰ ਵੱਢ ਕੇ ਤੇ 2 ਸੂਰਮੇ ਹਰਨ ਹੋ ਗਏ ਸੀ।
ਤੇ ਧੜ ਇਹਦਾ ਜਿਹੜਾ ਮੰਜੀ ਦੇ ਉੱਤੇ ਅੱਧਾ ਕਲਮ ਕਰਿਆ ਸੀਗਾ। ਹੁਣ ਯਾਦ ਰੱਖਿਓ, ਰਸਤੇ ਵਿੱਚ ਕਿਤੇ ਐਕਸੀਡੈਂਟ ਹੋਇਆ ਹੋਵੇ ਨਾ, ਲਾਸ਼ ਖਿਲਰੋਂ ਖਿਲਰੀ ਹੋਵੇ, ਸਿਰ ਨਾਲ ਨਾ ਹੋਵੇ, ਤੇ ਆਮ ਬੰਦਾ ਉਹਨੂੰ ਵੇਖ ਨਹੀਂ ਸਕਦਾ। ਆਮ ਬੰਦਾ ਛੋਟੇ ਦਿਲ ਵਾਲਾ ਉਹਨੂੰ ਵੇਖ ਕੇ ਤੇ ਪਾਸੇ ਹਟ ਜਾਏਗਾ। ਚੌਧਰੀ ਦੀ ਬੇਗਮ ਨੇ ਤੱਕੀ ਹੈ ਲਾਸ਼, ਲਦਵਾ ਕੇ ਲਾਸ਼ ਚੌਧਰੀ ਦੀ ਜੋ ਤੁਰੀ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ। ਲਿਖਿਆ ਰੋਂਦੀ ਪਿੱਠ ਦੀ ਵਿੱਚ ਲਾਹੌਰ ਦੇ ਸੂਬੇ ਸਾਹਮਣੇ ਮੱਸੇ ਦੀ ਨਾਰ, ਉਹ ਸਿਰੋਂ ਸਗਨਾਂ ਦਾ ਸਾਲੂ ਲਾਤਾ, ਖੋਈਆਂ ਮੀਡੀਆਂ ਲੈ ਵਾਲ ਖਲਾਰ, ਕਹਿੰਦੀ ਚੌਧਰ ਤੇਰੀ ਪੁੱਟਿਆ ਵੇ ਮੇਰਾ ਉਜੜ ਗਿਆ ਸੰਸਾਰ, ਵੇ ਮੈਂ ਲੁੱਟ ਲਈ ਨਿਹੰਗਾਂ ਤੇ ਅਕਾਲੀਆਂ, ਵਾਹ ਗੁਰੂ ਕੀ ਲਾਡਲੀ ਫੌਜੇ। ਖਾਨ ਬਹਾਦਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਤੁਹਾਡੀਆਂ ਗੱਲਾਂ ਹੁੰਦੀਆਂ ਨੇ। ਵੇ ਮੈਂ ਲੁੱਟ ਲਈ ਨਿਹੰਗਾਂ ਤੇ ਅਕਾਲੀਆਂ, ਖਾਦੇ ਲੁੱਟ ਤੂੰ ਜਿਨ੍ਹਾਂ ਦੇ ਘਰ ਬਾਹਰ, ਅੱਗ ਲੱਗ ਗਈ ਵਸਦੇ ਧੌਲਰੀ, ਮੇਰੇ ਫੁੱਲ ਬਣ ਗਏ ਅੰਗਿਆਰ, ਮੇਰੇ ਦਿਲ ਵਿੱਚ ਬਲਦੀ ਤਾਂ ਬੁਝੇ, ਲਵਾ ਸਗਵਾ ਮੈਂ ਬੈਰ ਅਤਾਰ, ਵੇ ਮੈਨੂੰ ਬਦਲਾ ਲੈ ਦੇ ਹਾਕਮਾ, ਮੇਰਾ ਤਪਦਾ ਕਲੇਜਾ ਠਾਰ, ਨਹੀਂ ਤੇ ਭਰੀ ਸਭਾ ਵਿੱਚ ਆਣ ਕੇ ਅੱਜ ਮਰੂ ਕਟਾਰੀ ਮਾਰ। ਖਾਨ ਬਹਾਦਰ ਜ਼ਕਰੀਆ ਖਾਨ ਦੇ ਅੱਗੇ ਆਪਣੇ ਚੌਧਰੀ ਦੀ ਲਾਸ਼ ਰਖਾ ਕੇ, ਜਿਵੇਂ ਇਸ ਬੇਗਮ ਨੇ ਕੀਰ ਨੇ ਪਾਏ ਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ, ਲਾਸ਼ ਚੁੱਕ ਕੇ ਖਾਨ ਬਹਾਦਰ ਜ਼ਕਰੀਆ ਖਾਨ ਦੇ ਪਲੰਗੇ ਦੇ ਅੱਗੇ ਰੱਖ ਕੇ ਲਾਸ਼ ਨੂੰ, ਤੇ ਇਹਨੇ ਜਿਵੇਂ ਕੀਰ ਨੇ ਪਾਏ ਆ, ਮੱਸੇ ਰੰਗੜ ਦੇ ਭਰਾ ਕਿਵੇਂ ਇਹਦੇ ਰੋਣ ਦਾ ਰੁਦਨ ਕਰਦੇ ਆ। 2-3 ਮਿੰਟ ਦੀ ਕਹਿ ਕੇ ਸਮਾਪਤੀ ਹੈ। ਤੋਦ ਆਗੇ ਅਰਦਾਸ ਹਮਾਰੀ ਜੀਓ, ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਟਾਈਮ ਮੇਰਾ ਹੋ ਚੱਲਿਆ, ਮੈਂ 2 ਸਟੈਪ ਲਾ ਕੇ ਤੇ 2 ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ ਆ। ਚੱਟ ਲੋ ਤੁਸੀਂ ਉਠਾ ਕੇ ਨਾਰ ਮਸੇ ਦੀ, ਹੋਈ ਲੋਰ ਨੂੰ ਤਿਆਰ ਨਾਰ ਮਸੇ ਦੀ, ਪਹੁੰਚੀ ਵਿੱਚ ਦਰਬਾਰ ਨਾਰ ਮਸੇ ਦੀ, ਰੋ ਰੋ ਪੇਟਾ ਦੀ ਤੇ ਵੈਣ ਪਾਵਦੀ ਬਥੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਉਹ ਸੂਬਾ ਬੈਠਾ ਸੀ ਕਚਹਿਰੀ ਐਨ ਲਾ ਕੇ ਤੇ, ਹਾਲ ਦੱਸਿਆ ਜਾ ਬੇਗਮ ਨੂੰ ਜਾ ਕੇ ਤੇ, ਰੋ ਰੋ ਕਹਿੰਦੀ ਇੰਜ ਪੱਲਾ ਗਾਲ ਪਾ ਕੇ ਤੇ, ਇੰਨਾ ਮੇਲ ਕਾਮਲਾ ਤੇ ਹੰਦ ਰੋਬ ਤੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਮੇਰਾ ਦੇਣ ਦੀਵੀਂ ਘਰ ਗਿਆ ਲੁੱਟਿਆ, ਦੇਣ ਦੀਵੀਂ ਘਰ ਗਿਆ ਲੁੱਟਿਆ, ਤੇਰੀ ਚੌਧਰ ਨੇ ਖਾਨ ਸਾਹਿਬ ਪੁੱਟਿਆ, ਚੁੱਕ ਅਰਸ਼ੋਂ ਫਰਸ਼ ਉੱਤੇ ਸੁੱਟਿਆ, ਕਿਵੇਂ ਬੈਠ ਜਾਵਾਂ ਘਰ ਘਰ ਕੇ ਮੈਂ ਜੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਰੋ ਰੋ ਪਿੱਟ ਦੀ ਤੋਂ ਹੱਥੜਾਂ ਨੂੰ ਮਾਰਦੀ, ਕਹਿੰਦੀ ਕੋਲ ਨਾਸ ਹੋ ਗਈ ਪਰਿਵਾਰ ਦੀ, ਆ ਗਈ ਭਾਗ ਮੈਂ ਲਖਾ ਕੇ ਜੱਗ ਤੇ ਮੰਦੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਉਹ ਤੁਸੀਂ ਕਹਿੰਦੇ ਸਿੰਘ ਕੱਢ ਤੇ ਪੰਜਾਬ ਚੋਂ, ਮੰਜਾ ਮੰਦਰ ਚੜਵਾਇਆ ਸੀ ਨਵਾਬ ਤੋਂ, ਲੈਣਾ ਬਦਲ ਆਈ ਮੇਰੇ ਹੀ ਸੁਹਾਗ ਤੋਂ, ਕਿੱਥੋਂ ਸਿੰਘ ਆ ਗਏ ਪੰਦ ਮਾਰ ਕੇ ਲਮੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਉਹ ਸਾਨੂੰ ਲੋੜ ਕੀ ਸੀ ਜ਼ੁਲਮ ਕਮਾਉਣ ਦੀ, ਲੋੜ ਕੀ ਸੀ ਜ਼ੁਲਮ ਕਮਾਉਣ ਦੀ, ਮੰਜਾ ਵਿੱਚ ਹਰ ਮੰਦਰ ਦੇ ਡਾਉਣ ਦੀ, ਨਾਲ ਵੇਸ਼ਵਾ ਤੋਂ ਨਾ ਕਰਵਾਉਣ ਦੀ, ਕੀ ਖੱਟ ਲਿਆ ਪਾਪ ਕਰਕੇ ਵਧੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਚਲਾ ਕੇ ਚੌਧਰੀ ਦਾ ਬਦਲਾ ਵਿਖਾਇਆ ਨਾ, ਚੌਧਰੀ ਦਾ ਬਦਲਾ ਵਿਖਾਇਆ ਨਾ, ਖੁਰਾ ਖੋਜ ਜੇ ਤੂੰ ਸਿੰਘਾਂ ਦਾ ਮਟਾਇਆ ਨਾ, ਕੀਤਾ ਜੱਗ ਵਿੱਚੋਂ ਇਹਨਾਂ ਦਾ ਸਫਾਇਆ ਨਾ, ਮਾਰ ਜਾਊਂਗੀ ਮੈਂ ਜ਼ਹਿਰ ਚੱਟ ਕੇ ਸਵੇਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਉਹ ਸਿਰ ਨਾਲ ਲੈ ਕੇ ਚੌਧਰੀ ਦਾ ਵੱਢ ਕੇ, ਨਾਲ ਲੈ ਕੇ ਚੌਧਰੀ ਦਾ ਵੱਢ ਕੇ, ਜਿਉਂਦੇ ਗਏ ਨਹੀਂ ਕਿਸੇ ਨੂੰ ਉੱਥੇ ਛੱਡ ਗਏ, ਗਹਿਣੇ ਨਾਲ ਲੈ ਕੇ ਸਾਰਿਆਂ ਦੇ ਕੱਢ ਕੇ, ਪੈਰੇ ਵਾਲਿਆਂ ਦੇ ਗਏ ਨੇ ਉਹ ਤੋੜ ਪੈਰੇ ਨੂੰ, ਕਹਿੰਦੀ ਮਾਰ ਦਿੱਤਾ ਸਿੰਘਾਂ ਨੇ ਸੁਹਾਗ ਮੇਰੇ ਨੂੰ। ਭਾਈ ਸੁਖਰਾਜ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਦੁਬਈ ਗਏ ਨੇ,
ਉਹਨਾਂ ਦੀ ਚੜ੍ਹਦੀ ਕਲਾ ਔਰ ਤੰਦਰੁਸਤੀ ਵਾਸਤੇ ਬਹੁਤ ਸਾਰੀ ਮਾਇਆ ਹੀ ਹੈ। ਸਤਿਗੁਰੂ ਕਿਰਪਾ ਕਰਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਕੇ ਚੜ੍ਹਦੀ ਕਲਾ ਕਰਨ। ਮੇਰੀਆਂ ਸਤਿਕਾਰਯੋਗ ਭੈਣਾਂ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ, ਮੇਰੇ ਸਤਿਕਾਰਯੋਗ ਵੀਰਾਂ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ। ਜੇ ਮੈਂ ਇੱਕ ਇੱਕ ਦੀ ਅਰਦਾਸ ਕਰਾਂਗਾ ਸਮਾਂ ਬੜਾ ਲੰਮਾ ਲੱਗ ਜਾਏਗਾ। ਮੈਂ ਵੀ ਜਾ ਕੇ 2:30 ਵਜੇ ਹੋਲਾ ਸ਼ੁਰੂ ਕਰਨਾ, 3.5 ਘੰਟੇ ਟਾਈਮ। ਨਗਰ ਜੇਠੂਵਾਲ ਸੁਧਾਰਪੁਰੀ ਵਿਖੇ 10 ਹੋਲਿਆਂ ਦੀ ਸੇਵਾ ਮਿਲੀ ਸੀਗੀ, ਉੱਥੇ ਅੱਜ 8ਵਾਂ ਹੋਲਾ ਹੈ, ਉੱਥੇ ਜਾ ਕੇ ਸੇਵਾ ਕਰਨੀ ਆ। ਰੋਜ਼ 3.5 ਘੰਟੇ ਦੀਵਾਨ ਕਰਦੇ ਆ। ਸਤਿਗੁਰੂ ਕਿਰਪਾ ਕਰੇ, ਮਿਹਰ ਕਰੇ, ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾਵਾਂ ਕਰਨ ਦਾ ਬਲ ਉਦਮ ਤਾਕਤ ਬਖਸ਼ੇ। ਮੈਂ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਗੁਰਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਵੱਡਾ ਹੁਕਮ ਲਾ ਕੇ ਇਸੇ ਪ੍ਰਸੰਗ ਦਾ ਮੈਨੂੰ ਹੁਕਮ ਲਾਇਆ ਸੀਗਾ ਤੇ ਉਹਨਾਂ ਨੇ 1.25 ਘੰਟਾ ਮੇਰਾ ਟਾਈਮ ਨਿਯਤ ਕੀਤਾ ਸੀ। ਪਰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਇਆਂ ਮੈਂ ਟਾਈਮ 40 ਕੁ ਮਿੰਟ ਲਾਇਆ, ਬਾਕੀ ਟਾਈਮ ਫਿਰ ਕਿਤੇ ਸਮਾਂ ਮਿਲਿਆ ਬਾਬਾ ਜੀ ਦੇ ਪਵਿੱਤਰ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਾਂਗੇ। ਧੰਨਵਾਦ ਕਰਦਾ ਹਾਂ ਗੁਰੂ ਕੀ ਸੰਗਤ ਦਾ, ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ। ਇਹ ਤੁਹਾਡਾ ਆਪਣਾ ਪੰਥਕ ਕਵੀਸ਼ਰ ਜਥਾ ਦਾਸ ਇੰਟਰਨੈਸ਼ਨਲ ਭਾਈ ਅਮਰਜੀਤ ਸਿੰਘ ਜੀ ਕੋਮਲ ਢੱਡਿਆਂ ਵਾਲੇ। ਫਤਿਹ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।